ਹੈਲੋ ਡੀਅਰ ਸਟੂਡੈਂਟਸ, ਤਾਂ ਅੱਜ ਦਾ ਆਪਣਾ ਟੌਪਿਕ ਆ ਗੌਰਮੈਂਟ ਆਫ ਇੰਡੀਆ ਐਕਟ 1858। ਜਿਵੇਂ ਕਿ ਆਪਾਂ ਨੇ ਚਾਰਟਰ ਐਕਟ ਦੀ ਪੂਰੀ ਸੀਰੀਜ਼ ਰੀਡ ਕਰੀ ਸੀ, ਉਹਦੇ ਵਿੱਚ ਲਾਸਟ ਵਾਲਾ ਐਕਟ ਆਪਾਂ ਨੇ ਚਾਰਟਰ ਐਕਟ ਆਫ 1853 ਰੀਡ ਕਰਿਆ ਸੀ। ਅਗਰ ਦੇਖਿਆ ਜਾਵੇ ਸਾਰੇ ਐਕਟ 20-20 ਸਾਲਾਂ ਦੇ ਟਾਈਮ ਪੀਰੀਅਡ ਦੇ ਬਾਅਦ ਰਿਲੀਜ਼ ਹੋ ਰਹੇ ਸੀ, ਤਾਂ ਜੋ ਨੈਕਸਟ ਐਕਟ ਆ 1853 ਤੋਂ ਬਾਅਦ ਦੇ ਵਿੱਚ 1873 ਦੇ ਵਿੱਚ ਰਿਲੀਜ਼ ਹੋਣਾ ਚਾਹੀਦਾ ਸੀ। ਬਟ ਇਹ ਜਿਹੜਾ ਪਿਛਲਾ ਐਕਟ ਸੀ ਉਹ 10 ਸਾਲ ਵੀ ਪੂਰੇ ਨਾ ਕਰ ਸਕਿਆ ਤੇ 1858 ਦੇ ਵਿੱਚ ਸਰਕਾਰ ਨੂੰ ਨਵਾਂ ਐਕਟ ਪਾਸ ਕਰਨਾ ਪੈ ਗਿਆ, ਜਿਹਨੂੰ ਉਹਨਾਂ ਨੇ ਨਾਮ ਦਿੱਤਾ ਗੌਰਮੈਂਟ ਆਫ ਇੰਡੀਆ ਐਕਟ 1858। ਕਿਸੇ ਵੀ ਚੀਜ਼ ਦੇ ਹੋਣ ਦਾ ਕੋਈ ਨਾ ਕੋਈ ਦਾ ਰੀਜ਼ਨ ਹੁੰਦਾ, ਤਾਂ ਡੈਫੀਨੇਟਲੀ ਇਹਦਾ ਵੀ ਕੋਈ ਨਾ ਕੋਈ ਦਾ ਬਹੁਤ ਬੜਾ ਰੀਜ਼ਨ ਹੋਇਆ ਹੋਊਗਾ ਜਿਹਦੇ ਕਰਕੇ ਇਹ ਵਾਲਾ ਐਕਟ ਮਤਲਬ ਜਲਦੀ ਰਿਲੀਜ਼ ਹੋਇਆ ਤੇ 1853 ਵਾਲਾ ਐਕਟ 20 ਸਾਲ ਦੀ ਬਜਾਏ ਕਿ 10 ਸਾਲ ਵੀ ਪੂਰੇ ਨਹੀਂ ਕਰ ਸਕਿਆ। ਜਿਹੜਾ ਗੌਰਮੈਂਟ ਆਫ ਇੰਡੀਆ ਐਕਟ 1858 ਆ, ਇਸ ਨੂੰ ਐਕਟ ਫॉर ਦਾ ਬੈਟਰ ਗੌਰਮੈਂਟ ਆਫ ਇੰਡੀਆ ਜਾਂ ਫਿਰ ਆਪਾਂ ਕਹ ਲਓ ਬੈਟਰਮੈਂਟ ਐਕਟ ਫॉर ਦਾ ਇੰਡੀਅਨ ਐਡਮਿਨਿਸਟ੍ਰੇਸ਼ਨ, ਇਹਨਾਂ ਨਾਮਾਂ ਨਾਲ ਜਾਣਿਆ ਜਾਂਦਾ। ਇਹ ਵਾਲੇ ਐਕਟ ਦਾ ਜਿਹੜਾ ਟੈਰੀਟੋਰੀਅਲ ਐਕਸਟੈਂਡ ਸੀ ਸਾਰੀਆਂ ਜਗ੍ਹਾ ਤੇ ਸੀ ਜਿੱਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਕਬਜ਼ਾ ਹੁੰਦਾ ਸੀ, ਤੇ ਇਸ ਤੋਂ ਇਲਾਵਾ ਜਿਹੜੇ ਪ੍ਰਿੰਸਲੀ ਸਟੇਟਸ ਨੇ ਬ੍ਰਿਟਿਸ਼ ਕਰਾਊਨ ਦੀ ਮਤਲਬ ਉਹਨਾਂ ਦੇ ਰੂਲ ਨੂੰ ਐਕਸੈਪਟ ਕੀਤਾ ਹੋਇਆ ਸੀ ਕਿ ਅਸੀਂ ਉਹਨਾਂ ਦੇ ਅੰਡਰ ਆ, ਅਸੀਂ ਉਹਨਾਂ ਦੇ ਅਧੀਨ ਆ। ਐਕਟ ਪਾਸ ਬ੍ਰਿਟੇਨ ਦੀ ਪਾਰਲੀਮੈਂਟ ਨੇ ਕਰਿਆ ਸੀ ਤੇ ਇਹ ਐਕਟ ਦਾ ਸਭ ਤੋਂ ਬੜਾ ਕਾਰਨ ਰਿਹਾ ਸੀ 1857 ਈਸਵੀ ਦਾ ਵਿਦਰੋਹ। 1857 ਈਸਵੀ ਦਾ ਵਿਦਰੋਹ ਆਪਾਂ ਨੂੰ ਥੋੜਾ ਬਹੁਤਾ ਆਈਡੀਆ ਹੁੰਦਾ, ਬਟ ਆਪਾਂ ਮਾਡਰਨ ਹਿਸਟਰੀ ਦੇ ਟੌਪਿਕ ਦੇ ਵਿੱਚ ਅਲੱਗ ਤੋਂ ਕਵਰ ਕਰਾਂਗੇ। ਬਸ ਫਿਲਹਾਲ ਤੁਸੀਂ ਇੰਨੀ ਗੱਲ ਯਾਦ ਰੱਖਣੀ ਆ ਕਿ 1857 ਈਸਵੀ ਦੇ ਵਿਦਰੋਹ ਦੇ ਕਰਕੇ ਅਗਲੇ ਸਾਲ ਹੀ ਗੌਰਮੈਂਟ ਆਫ ਇੰਡੀਆ ਐਕਟ 1858 ਪਾਸ ਹੋਇਆ। ਹੁਣ ਦੇਖਿਆ ਜਾਵੇ ਤਾਂ ਇਹਦੇ ਵਿੱਚ ਆਪਣੇ ਕੋਲ ਫੀਚਰਸ ਕੀ ਸੀ। ਫੀਚਰਸ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਦੇ ਰੂਲ ਨੂੰ ਖਤਮ ਕਰ ਦਿੱਤਾ ਗਿਆ। ਕਿਹਾ ਗਿਆ ਕਿ ਅੱਜ ਤੋਂ ਬਾਅਦ ਦੇ ਵਿੱਚ ਈਸਟ ਇੰਡੀਆ ਕੰਪਨੀ ਦਾ ਰੂਲ, ਜਿਵੇਂ ਕਿ ਪਹਿਲਾਂ ਉਹ ਕੀ ਸੀ, ਇੱਕ ਕਹਿ ਲਓ ਟ੍ਰੇਡਿੰਗ ਕੰਪਨੀ ਸੀ, ਉਸ ਤੋਂ ਬਾਅਦ ਦੇ ਵਿੱਚ ਉਹਨੂੰ ਐਡਮਿਨਿਸਟ੍ਰੇਟਿਵ ਪਾਵਰ ਮਿਲੀਆਂ, ਬਾਅਦ ਦੇ ਵਿੱਚ ਉਹਦੀ ਟ੍ਰੇਡ ਦੀ ਮੋਨੋਪਲੀ ਖਤਮ ਹੋਈ ਤੇ ਆਹ ਵਾਲੇ ਐਕਟ ਦੇ ਨਾਲ ਉਹ ਬਿਲਕੁਲ ਹੀ ਕੰਪਨੀ ਖਤਮ ਹੋ ਗਈ, ਉਹਦਾ ਕੋਈ ਰੋਲ ਨਹੀਂ ਰਿਹਾ। ਦੈਨ ਉਸ ਤੋਂ ਬਾਅਦ ਦੇ ਵਿੱਚ ਕੋਰਟ ਆਫ ਡਾਇਰੈਕਟਰਸ ਔਰ ਬੋਰਡ ਆਫ ਕੰਟਰੋਲ, ਜਿਹੜਾ ਕਿ ਡਬਲ ਗੌਰਮੈਂਟ ਆਪਾਂ ਜਿਹਨੂੰ ਬੋਲਦੇ ਸੀ, ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ। ਠੀਕ ਹੈ, ਨੈਕਸਟ ਕੀ ਸੀ, ਜਿਹੜੀਆਂ ਵੀ ਕੰਪਨੀ ਦੇ ਮਤਲਬ ਕੋਰਟ ਆਫ ਡਾਇਰੈਕਟਰ ਦੀਆਂ ਪਾਵਰ ਸੀ ਉਹ ਇੱਕ ਨਵੀਂ ਬਣਾਈ ਗਈ, ਮਤਲਬ ਆਪਾਂ ਕਹਿ ਲਓ ਨਵਾਂ ਅਹੁਦਾ ਬਣਾਇਆ ਗਿਆ, ਜਿਹਨੂੰ ਕੀ ਨਾਮ ਦਿੱਤਾ ਗਿਆ ਸੀ ਸੈਕਟਰੀ ਆਫ ਸਟੇਟ ਫॉर ਇੰਡੀਆ। ਤਾਂ ਕੋਰਟ ਆਫ ਡਾਇਰੈਕਟਰਸ ਦੀਆਂ ਸਾਰੀਆਂ ਪਾਵਰ ਨੂੰ ਸੈਕਟਰੀ ਆਫ ਸਟੇਟ ਨੂੰ ਸਮਾ ਦਿੱਤਾ ਗਿਆ। ਨੈਕਸਟ, ਜੋ ਸੈਕਟਰੀ ਆਫ ਸਟੇਟ ਹੁੰਦਾ ਸੀ ਉਹ ਬ੍ਰਿਟਿਸ਼ ਦਾ MP ਹੁੰਦਾ ਸੀ ਤੇ ਕਹਿੰਦੇ ਮੈਂਬਰ ਹੁੰਦਾ ਸੀ MP ਦੀ ਕੈਬਨਿਟ ਦਾ, PM ਦੀ ਕੈਬਨਿਟ ਦਾ। ਠੀਕ ਹੈ, ਦੈਨ ਉਸ ਤੋਂ ਬਾਅਦ ਦੇ ਵਿੱਚ ਸੈਕਟਰੀ ਆਫ ਸਟੇਟ ਨੂੰ ਅਸਿਸਟ ਕਰਨ ਵਾਸਤੇ 15 ਮੈਂਬਰਾਂ ਦੀ ਕਾਉਂਸਲ ਵੀ ਦਿੱਤੀ ਗਈ। ਜਿਹੜਾ ਸੈਕਟਰੀ ਆਫ ਸਟੇਟ ਸੀ ਉਹ ਇੱਕ ਤਰੀਕੇ ਨਾਲ ਕਹਿ ਲਓ ਵਿਚੋਲੇ ਦਾ ਕੰਮ ਕਰਦਾ ਸੀ। ਜੋ ਵੀ ਬ੍ਰਿਟਿਸ਼ ਸਰਕਾਰ ਦੀ ਕੋਈ ਗੱਲ ਹੁੰਦੀ ਸੀ ਉਹ ਇੰਡੀਆ ਦੇ ਵਿੱਚ ਲੈ ਕੇ ਆਉਣੀ ਆ, ਇੰਡੀਆ 'ਚ ਸਮਝਾਉਣੀ ਆ, ਠੀਕ ਹੈ, ਲਾਗੂ ਕਰਵਾਉਣੀ ਆ, ਉਹਦਾ ਕੰਮ ਕਿਹਦਾ, ਸੈਕਟਰੀ ਆਫ ਸਟੇਟ ਦਾ। ਉਹ ਸਾਰਾ ਕੁਝ ਕਰੂਗਾ, ਮਤਲਬ ਕਿ ਸਮਝਾਊਗਾ ਕਿ ਆਪਾਂ ਨੇ ਅੱਗੇ ਕੀ ਕਰਨਾ। ਜੋ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋ ਰਿਹਾ ਉਹ ਵਾਲੀ ਸਾਰੀ ਜਾਣਕਾਰੀ, ਉਹ ਵਾਲੀਆਂ ਸਾਰੀਆਂ ਗੱਲਾਂ ਬ੍ਰਿਟੇਨ ਦੀ ਸਰਕਾਰ ਤੱਕ ਵੀ ਕੌਣ ਪਹੁੰਚਾਊਗਾ, ਸੈਕਟਰੀ ਆਫ ਸਟੇਟ। ਨੈਕਸਟ ਆ ਜਾਂਦਾ ਆਪਣੇ ਕੋਲ ਜਿਹੜਾ ਵਾਇਸਰਾਏ ਸੀ ਤੇ ਗਵਰਨਰ ਸੀ, ਠੀਕ ਹੈ, ਅਲੱਗ-ਅਲੱਗ ਪ੍ਰੈਜ਼ੀਡੈਂਸੀਆਂ ਦੇ, ਉਹਨਾਂ ਨੂੰ ਅੱਜ ਤੋਂ ਬਾਅਦ ਦੇ ਵਿੱਚ ਅਪੋਇੰਟ ਕੌਣ ਕਰੂਗਾ, ਕਰਾਊਨ, ਮਤਲਬ ਕਿ ਜਿਹੜੀ ਬ੍ਰਿਟੇਨ ਦੀ ਰਾਣੀ ਸੀ ਉਹ ਅਪੋਇੰਟ ਕਰੂਗੀ। ਬ੍ਰਿਟੇਨ ਦੇ ਵਿੱਚ ਅਪੋਇੰਟਡ ਹੋਣਗੇ ਉਹ ਕਿ ਕਿਹਨੂੰ ਰੱਖਣਾ ਕਿਹਨੂੰ ਨਹੀਂ। ਜਿਹੜੀ ਵਾਇਸਰਾਏ ਸੀ ਉਹਨੂੰ ਅਸਿਸਟ ਕਰਨ ਵਾਸਤੇ, ਉਹਦੀ ਹੈਲਪ ਕਰਨ ਦੇ ਵਾਸਤੇ ਐਗਜ਼ੀਕਿਊਟਿਵ ਕਾਉਂਸਿਲ ਰੱਖੀ ਗਈ ਸੀ। ਜਿਹੜਾ ਤਾਂ ਆਪਾਂ ਨੇ ਪਹਿਲਾਂ ਪੜ੍ਹਿਆ ਸੈਕਟਰੀ ਆਫ ਸਟੇਟ, ਉਹਨੂੰ ਅਸਿਸਟ ਕਰਨ ਵਾਸਤੇ 15 ਮੈਂਬਰਾਂ ਦੀ ਕਾਉਂਸਿਲ ਸੀ। ਹੁਣ ਇੱਥੇ ਆਪਣੇ ਕੋਲ ਕੀ ਆ ਗਿਆ, ਵਾਇਸਰਾਏ ਨੂੰ ਅਸਿਸਟ ਕਰਨ ਵਾਸਤੇ ਐਗਜ਼ੀਕਿਊਟਿਵ ਕਾਉਂਸਿਲ ਰੱਖੀ ਗਈ ਆ। ਇਹ ਵਾਲੇ ਐਕਟ ਕਰਕੇ ਕੰਪਨੀ ਰੂਲ ਤਾਂ ਖਤਮ ਹੋ ਗਿਆ ਤੇ ਜਿਹੜਾ ਇੰਡੀਆ ਸੀ ਉਹ ਡਾਇਰੈਕਟ ਬ੍ਰਿਟਿਸ਼ ਕਲੋਨੀ ਬਣ ਗਿਆ, ਮਤਲਬ ਕਿ ਡਾਇਰੈਕਟ ਬ੍ਰਿਟੇਨ ਦੀ ਸਰਕਾਰ ਦੇ ਅੰਡਰ ਆ ਗਿਆ। ਐਕਟ ਦੇ ਵਿੱਚ ਪਿਟਸ ਇੰਡੀਆ ਐਕਟ ਦੇ ਵਿੱਚ ਜੋ ਆਪਾਂ ਨੇ ਡਬਲ ਗੌਰਮੈਂਟ ਦਾ ਰੂਲ ਪੜ੍ਹਿਆ ਉਹੀ ਜੋ ਆਪਾਂ ਪਹਿਲਾਂ ਵਾਲੇ ਪੁਆਇੰਟ ਦੇ ਵਿੱਚ ਕਵਰ ਕਰ ਚੁੱਕੇ ਹਾਂ। ਬੋਰਡ ਆਫ ਕੰਟਰੋਲ ਔਰ ਕੋਰਟ ਆਫ ਡਾਇਰੈਕਟਰਸ, ਇਹਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ। ਨੈਕਸਟ ਸੀ ਜਿਹੜੀ ਡਾਕਟਰਾਈਨ ਆਫ ਲੈਪਸ ਸੀ, ਇਹਨੂੰ ਵੀ ਖਤਮ ਕਰ ਦਿੱਤਾ ਗਿਆ। ਡਾਕਟਰਾਈਨ ਆਫ ਲੈਪਸ ਦੇ ਵਿੱਚ ਇੱਕ ਤਰੀਕੇ ਨਾਲ ਕਹਿ ਲਓ ਜੋ ਅਲੱਗ-ਅਲੱਗ ਟੈਰੀਟਰੀਜ਼ ਹੁੰਦੀਆਂ ਸੀ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਵਾਸਤੇ ਇੱਕ ਪਾਲਿਸੀ ਰੱਖੀ ਗਈ ਸੀ, ਉਹ ਪਾਲਿਸੀ ਦਾ ਨਾਮ ਸੀ ਡਾਕਟਰਾਈਨ ਆਫ ਲੈਪਸ। ਤਾਂ ਇਹ ਵਾਲੇ ਐਕਟ ਦੇ ਅਕੋਰਡਿੰਗ ਉਹਨੂੰ ਵੀ ਕੀ ਕਰ ਦਿੱਤਾ ਗਿਆ, ਖਤਮ ਕੀਤਾ ਗਿਆ। ਨੈਕਸਟ ਸੀ ਜੋ ਇੰਡੀਅਨ ਸਿਵਲ ਸਰਵਿਸਿਜ਼ ਨੇ, ਉਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਇੱਕ ਵਧੀਆ ਐਡਮਿਨਿਸਟ੍ਰੇਸ਼ਨ ਨੂੰ ਬਣਾਉਣ ਵਾਸਤੇ ਇੰਡੀਅਨਸ ਵੀ ਸਰਵਿਸ ਦੇ ਵਿੱਚ ਆ ਸਕਦੇ ਨੇ। ਠੀਕ ਹੈ, ਦੈਨ ਨੈਕਸਟ
ਇੱਕ ਥੋੜ੍ਹਾ ਜਿਹਾ ਫੈਕਚੁਅਲ ਗੱਲਾਂ ਨੇ, 2 ਨਾਮ ਨੇ ਤੁਹਾਨੂੰ ਯਾਦ ਰੱਖਣੇ ਪੈਣਗੇ। ਕਈ ਵਾਰ 1 ਡੇ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ, ਜਾਂ ਫਿਰ ਕਹਿ ਲਓ ਜੇ PPSC ਜਾਂ ਫਿਰ PCS ਦਾ ਕੋਈ ਐਗਜ਼ਾਮ ਹੋਵੇ ਤਾਂ ਉਹਦੇ ਵਿੱਚ ਇੱਕ ਸਟੇਟਮੈਂਟ ਬੇਸਡ ਅਗਰ ਕੁਐਸਚਨ ਆਇਆ ਤਾਂ ਇੱਕ ਸਟੇਟਮੈਂਟ ਬਣ ਸਕਦੀ ਆ। ਤਾਂ ਫਸਟ ਗਵਰਨਰ ਜਨਰਲ ਐਂਡ ਵਾਈਸਰॉय ਆਫ ਇੰਡੀਆ ਕੌਣ ਆ ਆਪਣੇ ਕੋਲ? ਲਾਰਡ ਕੈਨਿੰਗ ਆ। ਫਸਟ ਗਵਰਨਰ ਜਨਰਲ ਤੋਂ ਮਤਲਬ ਇਹ ਨਹੀਂ ਕਿ ਸਭ ਤੋਂ ਪਹਿਲਾਂ ਗਵਰਨਰ ਜਨਰਲ ਆਫ ਇੰਡੀਆ ਜਾਂ ਫਿਰ ਬੰਗਾਲ ਲਾਰਡ ਕੈਨਿੰਗ ਸੀ। ਅਸਲ ਦੇ ਵਿੱਚ ਜਦੋਂ 1857 ਈਸਵੀ ਦਾ ਵਿਦਰੋਹ ਹੋਇਆ ਉਸ ਟਾਈਮ ਗਵਰਨਰ ਜਨਰਲ ਆਫ ਇੰਡੀਆ ਲਾਰਡ ਕੈਨਿੰਗ ਸੀ, ਤੇ ਗਵਰਨਰ ਜਨਰਲ ਦੀ ਪੋਜੀਸ਼ਨ ਨੂੰ ਹੀ ਵਾਈਸਰਾਏ ਨਾਲ ਐਕਸਚੇਂਜ ਕਰਿਆ ਗਿਆ ਸੀ, ਮਤਲਬ ਕਿ ਉਹਦੀ ਜਗ੍ਹਾ ਦੇ ਉੱਤੇ ਹੀ ਵਾਈਸਰਾਏ ਦੀ ਪੋਜੀਸ਼ਨ ਰੱਖੀ ਗਈ ਸੀ। ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਪਹਿਲਾ ਵਾਈਸਰਾਏ ਕੌਣ ਸੀ? ਲਾਰਡ ਕੈਨਿੰਗ ਸੀ। ਨੈਕਸਟ ਆ ਜਾਂਦਾ ਆਪਣੇ ਕੋਲ ਫਸਟ ਸੈਕਟਰੀ ਆਫ ਸਟੇਟ ਫॉर ਇੰਡੀਆ, ਇਹ ਸੀ ਲਾਰਡ ਸਟੈਨਲੀ। ਕਨਫਿਊਜ਼ ਨਹੀਂ ਹੋਣਾ, ਵਾਈਸਰਾਏ ਅਲੱਗ ਆ, ਸੈਕਟਰੀ ਆਫ ਸਟੇਟ ਅਲੱਗ ਆ, ਠੀਕ ਹੈ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ।